ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮਹਾਮਾਰੀ ਦੇ ਦੌਰ ਵਿੱਚ ਬਹੁਤ ਸਾਰੇ ਲੋਕ ਡਰ ਕੇ ਮਾਨਸਿਕ ਤੌਰ ਤੇ ਬਿਮਾਰ ਹੋ ਰਹੇ ਹਨ ਤੇ ਚਿੰਤਾ ਕਰਕੇ ਮਰ ਰਹੇ ਹਨ। ਗੁਰਬਾਣੀ ਤੋਂ ਸੇਧ ਲੈਂਦੇ ਹੋਏ ਛੋਟੀ ਜਿਹੀ ਪ੍ਰੈਜੈਂਟੇਸ਼ਨ ਬਣਾਈ ਗਈ ਹੈ। ਆਸ ਹੈ ਕਿ ਸਾਡੀ ਚਿੰਤਾ ਵਾਹਿਗੁਰੂ ਦੇ ਚਿੰਤਨ ਵਿੱਚ ਬਦਲ ਜਾਵੇ ਤਾਂ ਕਿ ਅਸੀਂ ਚੜ੍ਹਦੀ ਕਲਾ ਵਿੱਚ ਆਪਣਾ ਜੀਵਨ ਬਤੀਤ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਕਹਾਣੀ ਦੇ ਵਿੱਚ ਦੋ ਬੀਬੀਆਂ ਆ ਤੇ ਦੋ ਬੀਬੀਆਂ ਇਕੱਠੀਆਂ ਕੰਮ ਕਰਦੇ ਆ। ਇੱਕ ਗੁਰਸਿੱਖ ਬੀਬੀ ਆ ਤੇ ਦੂਜੀ ਬੀਬੀ ਗੁਰਸਿੱਖ ਨਹੀਂ। ਤਾਂ ਗੁਰਸਿੱਖ ਬੀਬੀ ਦਾ ਨਾਮ ਹੈਗਾ ਸੁਖਮਨ ਕੌਰ ਜੀ। ਤਾਂ ਉਹਨਾਂ ਦੀ ਜਿਹੜੀ ਸਹੇਲੀ ਆ, ਜਿਹਨੂੰ ਕੰਮ ਨਾਲ ਇਕੱਠੇ ਕਰਦੇ ਆ, ਉਹਨਾਂ ਦਾ ਨਾਮ ਮਾਇਆ ਆ। ਇੱਕ ਦਿਨ ਸੁਖਮਨ ਕੌਰ ਕਹਿੰਦੀ ਆ ਮਾਇਆ ਨੂੰ ਵੇਖ ਕੇ, ਵੀ ਤੁਸੀਂ ਕੁਝ ਠੀਕ ਨਹੀਂ ਲੱਗਦੇ ਕੁਝ ਦਿਨਾਂ ਤੋਂ, ਤੁਹਾਡੇ ਮੂੰਹ ਤੇ ਫਿਕਰ ਲੱਗਦਾ ਆ, ਕਿਸੇ ਚੀਜ਼ ਤੁਸੀਂ ਕਿਸੇ ਸੋਚਾਂ 'ਚ ਪਏ ਲੱਗਦੇ ਆ। ਮਾਇਆ ਨੇ ਦੱਸਿਆ, ਹਾਂਜੀ ਸਹੀ ਗੱਲ, ਮੈਂ ਸੋਚਾਂ 'ਚ ਪਈ ਆ, ਮੈਂ ਡਰੀ ਪਈ ਆ। ਤਾਂ ਡਰ ਕਿਸ ਕਰਕੇ ਆ? ਕਰੋਨਾ ਵਾਇਰਸ ਕਰਕੇ। ਜੋ ਮੈਂ ਨਿਊਜ਼ ਵਿੱਚ ਵੇਖਦੀ ਆ, ਟੈਲੀਵਿਜ਼ਨ ਵਿੱਚ ਮੈਂ ਜੋ ਵੇਖ ਰਹੀ ਆ, ਉਹ ਵੇਖ ਕੇ ਮੇਰੇ ਮਨ ਵਿੱਚ ਇੰਨਾ ਡਰ ਹੋ ਚੁੱਕਾ ਆ। ਮੈਨੂੰ ਮਨ 'ਚ ਇਹ ਡਰ ਆ ਕਿ ਮੈਂ ਮਰ ਨਾ ਜਾਵਾਂ, ਮੇਰੇ ਪਰਿਵਾਰ ਦੇ ਮੈਂਬਰ ਮਰ ਨਾ ਜਾਣ। ਤਾਂ ਇਹ ਚਿੰਤਾ ਦੇ ਵਿੱਚ ਮੈਂ ਬਹੁਤ ਪਰੇਸ਼ਾਨ ਹਾਂ। ਫਿਰ ਮਾਇਆ ਨੇ ਦੱਸਿਆ ਕਿ ਸੁਖਮਨ, ਫਿਰ ਦੇਖ, ਕਰੋਨਾ ਵਾਇਰਸ ਦੀ ਮਹਾਮਾਰੀ ਦਾ ਵੇਲਾ ਆ, ਬਹੁਤ ਸਾਰੇ ਲੋਕ ਮਰ ਰਹੇ ਆ, ਟੀਵੀ ਵਿੱਚ ਨਿਊਜ਼ ਵਿੱਚ ਇੰਨੀਆਂ ਦੁਖਦਾਈ ਖਬਰਾਂ ਦਿੱਤੀਆਂ ਜਾਂਦੀਆਂ ਆ, ਪਰ ਤੂੰ ਹਮੇਸ਼ਾ ਖੁਸ਼ ਰਹਿੰਦੀ ਆ, ਤੂੰ ਹਮੇਸ਼ਾ, ਤੇਰੇ ਚਿਹਰੇ ਤੇ ਕੋਈ ਸਟ੍ਰੈਸ ਨਹੀਂ, ਤਾਂ ਤੂੰ ਹਮੇਸ਼ਾ ਪੋਜ਼ਿਟਿਵਿਟੀ ਅਤੇ ਖੁਸ਼ੀ ਲਿਆਉਂਦੀ ਆ ਬਾਕੀਆਂ ਨੂੰ, ਤੂੰ ਵੰਡਦੀ, ਖੁਸ਼ੀ ਵੰਡਦੀ ਆ ਕੰਮ ਤੇ ਆ ਕੇ, ਤਾਂ ਸਾਰੇ ਲੋਕ ਕੰਮ ਤੇ ਤੁਹਾਡਾ ਸਤਿਕਾਰ ਕਰਦੇ ਆ। ਅੱਗੇ ਸੁਖਮਨ ਕੌਰ ਨੇ ਦੱਸਿਆ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਗੁਰੂ ਬਾਬਾ ਜੀ ਕਹਿੰਦੇ ਆ, ਚਿੰਤਤ ਹੀ ਦੀਸੈ ਸਭ ਕੋਏ। ਫਿਰ ਮਾਇਆ ਬੇਸ਼ੱਕ ਚਿਹਰੇ ਤੇ ਨਾ ਦਿਸੇ, ਹਰੇਕ ਬੰਦਾ ਹੀ ਗੁਰਬਾਣੀ ਵਿੱਚ ਕਿਹਾ ਆ, ਤੇ ਹਰੇਕ ਬੰਦਾ ਚਿੰਤਤ ਆ, ਹਰੇਕ ਬੰਦੇ ਨੂੰ ਕਿਸੇ ਨਾ ਕਿਸੇ ਚੀਜ਼ ਬਾਰੇ ਫਿਕਰ ਰਹਿੰਦਾ ਆ। ਅੱਗੇ ਭੈਣ ਜੀ ਨੇ ਸਮਝਾਇਆ, ਇਸ ਕਰਕੇ ਮੈਨੂੰ ਸਟ੍ਰੈਸ ਨਹੀਂ, ਇਸ ਕਰਕੇ ਮੈਨੂੰ ਟੈਨਸ਼ਨ ਨਹੀਂ, ਇਸ ਕਰਕੇ ਮੈਂ ਡਰੀ ਹੋਈ ਨਹੀਂ, ਕਿਉਂਕਿ ਇਸ ਕਰਕੇ ਮਹਾਰਾਜ ਦੀ ਕਿਰਪਾ ਦੇ ਨਾਲ ਫਿਰ ਮੈਂ ਖੁਸ਼ੀ ਵੰਡਦੀ ਆ ਤੇ ਹਮੇਸ਼ਾ ਪੋਜ਼ਿਟਿਵ ਰਹਿੰਦੀ ਆ, ਮੇਰੇ ਗੁਰੂ ਕਰਕੇ ਆ। ਸਾਥ, ਮੇਰਾ ਗੁਰੂ ਬਹੁਤ ਵੱਡਾ ਆ, ਮੇਰਾ ਗੁਰੂ ਬਹੁਤ ਗ੍ਰੇਟ ਆ। ਤਾਂ ਜੇ ਲੋਕੀ ਮੇਰਾ ਸਤਿਕਾਰ ਵੀ ਕਰਦੇ ਆ, ਉਹ ਵੀ ਮੇਰੇ ਗੁਰੂ ਕਰਕੇ ਆ। ਭੈਣ ਜੀ ਨੇ ਸਮਝਾਇਆ, ਫਿਰ ਗੁਰਬਾਣੀ ਵਿੱਚ ਵਾਕ ਆਉਂਦਾ ਆ, ਗੁਰ ਮਾਨੈ ਸਭ ਕੋਏ, ਗੁਰ ਬਚਨੀ ਮਨ ਸੀਤਲ ਹੋਏ। ਭੈਣ ਜੀ ਨੇ ਸਮਝਾਇਆ, ਜੇ ਅਸੀਂ ਗੁਰੂ ਦੀ ਗੱਲ ਮੰਨੋਗੇ, ਗੁਰੂ ਦੀ ਸਿੱਖਿਆ ਤੇ ਚੱਲੋਗੇ, ਤਾਂ ਵਾਕਿਆ ਹੀ ਗੱਲ ਗੁਰਬਾਣੀ ਸਾਨੂੰ ਦੱਸਦੀ ਆ, ਫਿਰ ਸੰਸਾਰ ਸਾਡਾ ਸਤਿਕਾਰ ਕਰੂਗਾ। ਸੰਸਾਰ ਕਿਉਂ ਸਾਡਾ ਸਤਿਕਾਰ ਕਰੂਗਾ? ਕਿਉਂਕਿ ਗੁਰ ਬਚਨੀ ਮਨ ਸੀਤਲ ਹੋਏ। ਜਦੋਂ ਅਸੀਂ ਗੁਰੂ ਸਾਹਿਬ ਦੀ ਸਿੱਖਿਆ ਤੇ ਤੁਰਾਂਗੇ ਤਾਂ ਸਾਡੇ ਜ਼ਿੰਦਗੀ ਦੇ ਵਿੱਚ ਠੰਡ ਆਉਂਦੀ ਆ, ਸਾਡੇ ਬਚਨਾਂ ਦੇ ਵਿੱਚ ਠੰਡ ਆਉਂਦੀ ਆ, ਸਾਡੇ ਮਨ ਵਿੱਚ ਵੀ ਸ਼ਾਂਤੀ ਆ, ਸਾਡੇ ਬੋਲਾਂ ਵਿੱਚ ਵੀ ਸ਼ਾਂਤੀ ਆ। ਤਾਂ ਕੁਦਰਤੀ ਗੱਲ ਆ, ਜੋ ਵੀ ਸਾਨੂੰ ਮਿਲਣਗੇ, ਜੋ ਵੀ ਗੁਰੂ ਕੇ ਸਿੱਖ ਨੂੰ ਮਿਲਦਾ ਆ, ਉਹਨੂੰ ਵੀ ਸ਼ਾਂਤੀ ਮਹਿਸੂਸ ਹੁੰਦੀ ਆ, ਉਹਨੂੰ ਵੀ ਠੰਡ ਮਹਿਸੂਸ ਹੁੰਦੀ ਆ, ਇਸੇ ਕਰਕੇ ਸਤਿਕਾਰ ਮਿਲਦਾ ਆ। ਅੱਗੇ ਭੈਣ ਜੀ ਨੇ ਸਮਝਾਇਆ, ਤੇ ਸ਼ਾਇਦ ਤੁਸੀਂ ਜਾਣਦੇ ਨਹੀਂ, ਫਿਰ ਮੇਰੀ ਕਹਾਣੀ ਕੁਝ ਵੱਖਰੀ ਸੀ। ਪਹਿਲਾਂ ਗੁਰਸਿੱਖ ਬਣਨ ਤੋਂ ਪਹਿਲਾਂ ਮੇਰੀ ਜ਼ਿੰਦਗੀ ਸਟ੍ਰੈਸ, ਟੈਨਸ਼ਨ, ਫਿਕਰ ਅਤੇ ਡਰ ਦੇ ਨਾਲ ਭਰੀ ਪਈ ਸੀ। ਪਰ ਜਦੋਂ ਦੇ ਮੈਂ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਜਦੋਂ ਤੋਂ ਗੁਰੂ ਸਾਹਿਬ ਮੇਰੀ ਜ਼ਿੰਦਗੀ ਦੇ ਇੱਕ ਹਿੱਸਾ ਬਣ ਗਏ, ਤਾਂ ਸੱਚੀ ਗੱਲ ਆ, ਮੇਰੇ ਜ਼ਿੰਦਗੀ ਵਿੱਚ ਡਰ ਵੀ ਚਲੇ ਗਿਆ। ਤਾਂ ਡਰ ਕਿਉਂ ਚਲੇ ਗਿਆ? ਕਿ ਡਰ ਦੀ ਥਾਂ ਤੇ ਵਿਸ਼ਵਾਸ ਆ ਗਿਆ, ਡਰ ਦੀ ਥਾਂ ਤੇ ਗੁਰੂ ਦਾ ਪਿਆਰ ਆ ਗਿਆ, ਡਰ ਦੀ ਥਾਂ ਤੇ ਹੁਕਮ ਨਾਲ ਪਿਆਰ ਆ ਗਿਆ। ਇਹ ਗੱਲਾਂ ਸੁਣ ਕੇ ਮਾਇਆ ਨੇ ਜਵਾਬ ਦਿੱਤਾ, ਕਮਾਲ ਹੋ ਗਈ, ਮੈਨੂੰ ਤਾਂ ਪਤਾ ਹੀ ਨਹੀਂ ਸੀ ਭੈਣ ਜੀ ਵੀ ਇਹ ਤੁਹਾਡੇ ਨਾਲ ਏਦਾਂ ਵਾਪਰਿਆ ਹੋਵੇਗਾ। ਤੁਹਾਡੇ ਜੀਵਨ ਵਿੱਚ ਕੀ ਸੀ ਸਟ੍ਰੈਸ? ਤੁਹਾਡੀ ਜ਼ਿੰਦਗੀ 'ਚ ਕੀ ਸੀ ਜੋ ਤੁਸੀਂ ਫਿਕਰ ਕਰਦੇ ਸੀ, ਜਾਂ ਜਿਸ ਕਾਰਨ ਕਰਕੇ ਤੁਹਾਨੂੰ ਡਿਪਰੈਸ਼ਨ ਸੀ?
ਸੁਖਮਨ ਭੈਣ ਜੀ ਨੇ ਸਮਝਾਇਆ। ਫਿਰ ਮੇਰੇ ਘਰ ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਸੀ, ਫਿਰ ਇੱਕ ਪਾਸੇ ਘਰ ਦੇ ਮੈਂਬਰ ਵੀ ਮੇਰੇ ਨਾਲ ਔਖੇ ਔਖੇ ਬੋਲਦੇ ਸੀ, ਉਹ ਆਪਣਾ ਗੁੱਸਾ ਮੇਰੇ ਤੇ ਛੱਡਦੇ ਸੀ। ਮੈਨੂੰ ਇਕੱਲਾਪਨ ਵੀ ਮਹਿਸੂਸ ਹੁੰਦਾ ਸੀ, ਕਦੀ ਕਦੀ ਮੈਨੂੰ ਇਸ ਤਰ੍ਹਾਂ ਲੱਗਣਾ ਫਿਰ ਜ਼ਿੰਦਗੀ ਵਿੱਚ ਹੋਰ ਕੋਈ ਹੈ ਨਹੀਂ, ਤਾਂ ਮੈਨੂੰ ਇੰਝ ਲੱਗਦਾ ਸੀ ਮੈਂ ਇਕੱਲੀ ਹਾਂ। ਫਿਰ ਮੈਂ ਆਪਣਾ ਗੁੱਸਾ ਬੱਚਿਆਂ ਤੇ ਛੱਡ ਦਿੰਦੀ ਸੀ, ਤਾਂ ਬਾਅਦ ਵਿੱਚ ਮਹਿਸੂਸ ਹੁੰਦਾ ਸੀ ਫਿਰ ਮੈਨੂੰ ਏਦਾਂ ਕਰਨਾ ਨਹੀਂ ਚਾਹੀਦਾ ਸੀ। ਆਖਰੀ ਗੱਲ, ਮੇਰੀ ਮਾਤਾ ਜੀ ਬਹੁਤ ਬਿਮਾਰ ਸੀ ਤੇ ਮੈਨੂੰ ਡਰ ਹੀ ਰਹਿੰਦਾ ਸੀ ਫਿਰ ਉਹ ਮਰ ਨਾ ਜਾਣ, ਕੁਛ ਹੋ ਨਾ ਜਾਵੇ ਉਹਨਾਂ ਨੂੰ, ਤੇ ਇਸ ਚਿੰਤਾ ਦੇ ਵਿੱਚ ਮੈਂ ਆਪ ਬਿਮਾਰ ਹੋ ਗਈ ਸੋਚ ਸੋਚ ਕੇ। ਮਾਇਆ ਨੇ ਪੁੱਛਿਆ ਵੀ ਭੈਣ ਜੀ ਤੁਸੀਂ ਸਾਰਾ ਇਹ ਸੰਕਟ ਵਿੱਚੋਂ ਕਿੱਦਾਂ ਨਿਕਲੇ, ਫਿਰ ਤੁਸੀਂ ਕਿਸ ਤਰ੍ਹਾਂ ਤੁਸੀਂ ਇਹ ਚੀਜ਼ ਹੈਂਡਲ ਕੀਤੀ ਆ। ਵਾਰ-ਵਾਰ ਮੈਂ ਤਾਂ ਸੋਚ ਕੇ ਮੈਂ ਤਾਂ ਡਰੀ ਪਈ ਆ। ਫਿਰ ਤੁਸੀਂ ਮੈਨੂੰ ਕੁਛ ਦੱਸੋ ਜਿਸ ਤਰ੍ਹਾਂ ਮੇਰਾ ਜਿਹੜਾ ਡਰ ਚੁੱਕਿਆ ਜਾਵੇ, ਜਿਸ ਤਰ੍ਹਾਂ ਮੈਨੂੰ ਮਦਦ ਮਿਲ ਜਾਵੇ। ਸੁਖਮਨ ਭੈਣ ਜੀ ਨੇ ਆਖਿਆ ਠੀਕ ਆ, ਮੈਂ ਤੁਹਾਨੂੰ ਆਪਣੀ ਕੁਝ ਸੀਕ੍ਰੇਟ, ਕੁਛ ਆਪਣੀ ਜ਼ਿੰਦਗੀ ਦਾ ਭੇਦ ਮੈਂ ਤੁਹਾਨੂੰ ਨਾਲ ਖੁੱਲ ਕੇ ਦੱਸ ਦਿੰਦੀ ਆ। ਉਹਨੇ ਦੱਸਿਆ ਫਿਰ ਗੁਰਸਿੱਖ ਬਣਨ ਤੋਂ ਪਹਿਲਾਂ ਇੱਕ ਵਾਰੀ ਮੈਂ ਗੁਰਦੁਆਰਾ ਸਾਹਿਬ ਗਈ, ਉੱਥੇ ਕੀਰਤਨ ਚੱਲਦਾ ਸੀ। ਕੀਰਤਨ ਵਿੱਚ ਸ਼ਬਦ ਗਾਇਨ ਹੋ ਰਿਹਾ ਸੀ, ਸੁਖੀਏ ਕੋ ਪੇਖੇ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਇਸ ਸ਼ਬਦ ਦੀ ਲਾਈਨ ਦਾ ਇਹ ਅਰਥ ਸੀ, ਫਿਰ ਸੁਖੀ ਬੰਦੇ ਨੂੰ ਸਾਰੇ ਸੁਖੀ ਦਿਸਦੇ ਆ, ਤਾਂ ਰੋਗੀ ਬੰਦੇ ਨੂੰ ਸਾਰੇ ਰੋਗੀ ਦਿਸਦੇ ਆ, ਭਾਵ ਦੁਖੀ ਬੰਦੇ ਨੂੰ ਸਾਰੇ ਦੁਖੀ ਦਿਸਦੇ ਆ। ਇਸ ਕਰਕੇ ਭੈਣ ਜੀ ਨੇ ਮਨ ਵਿੱਚ ਆ ਗਿਆ, ਜੇ ਮੈਂ ਦੁਖੀ ਆ, ਜੇ ਮੈਨੂੰ ਲੱਗਦਾ ਆ ਸੰਸਾਰ ਦੁੱਖ ਨਾਲ ਭਰਿਆ ਪਿਆ, ਮੈਂ ਡਰੀ ਪਈ ਆ, ਉਹ ਸੰਸਾਰ ਵਿੱਚ ਦੁੱਖ ਨਹੀਂ, ਦੁੱਖ ਮੇਰੇ ਅੰਦਰ ਆ, ਤੇ ਜੋ ਮੇਰੇ ਅੰਦਰ ਆ ਉਹ ਬਾਹਰ ਮੈਨੂੰ ਉਹੀ ਦਿਸਦਾ ਆ। ਸੋ ਇਸ ਤਰ੍ਹਾਂ ਕਹਿੰਦੇ ਭੈਣ ਜੀ ਦੀਵਾਨ ਮੁੱਕਿਆ, ਤਾਂ ਸੁਖਮਨ ਭੈਣ ਜੀ ਸਮਝਾਉਂਦੇ, ਫਿਰ ਦੀਵਾਨ ਸਾਹਿਬ ਦੇ ਬਾਹਰ ਜੋ ਉਸ ਦਿਨ ਦਾ ਹੁਕਮਨਾਮਾ ਸੀ ਸਕਰੀਨ ਤੇ ਲੱਗਾ ਹੋਇਆ ਸੀ। ਭੈਣ ਜੀ ਨੇ ਬੜੇ ਪਿਆਰ ਨਾਲ ਉਹ ਹੁਕਮਨਾਮਾ ਪੜ੍ਹਿਆ ਅਤੇ ਦੱਸਿਆ। ਫਿਰ ਹੁਕਮਨਾਮਾ ਪੜ੍ਹ ਕੇ ਮੇਰੇ ਮਨ ਦੇ ਵਿੱਚ ਕੁਝ ਲਾਈਨਾਂ ਵਸ ਗਈਆਂ। ਘਰ ਜਾ ਕੇ ਮੈਂ ਆਪਣੇ ਕੰਪਿਊਟਰ ਖੋਲ ਕੇ ਤਾਂ ਉਹ ਕੁਝ ਲਾਈਨਾਂ ਮੈਂ ਉਹਦਾ ਰਿਸਰਚ ਕਰਨ ਲੱਗ ਪਈ ਕਿ ਹੁਕਮਨਾਮਾ ਦਾ ਮਤਲਬ ਕੀ ਆ। ਤਾਂ ਉਹ ਲਾਈਨ ਇੱਕ ਸੀ, ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਹੁਕਮਨਾਮਾ ਪੜ੍ਹ ਕੇ, ਹੁਕਮਨਾਮਾ ਦੀ ਵਿਚਾਰ ਕਰਕੇ ਸੁਖਮਨ ਭੈਣ ਜੀ ਨੇ ਸਮਝਾਇਆ, ਮੇਰੇ ਮਨ ਵਿੱਚ ਠੰਡ ਆ ਗਈ, ਮੇਰੇ ਮਨ ਵਿੱਚ ਸ਼ਾਂਤੀ ਆ ਗਈ। ਜਿੱਥੇ ਸੀ ਡਰ, ਹੁਣ ਡਰ ਦੀ ਥਾਂ ਤੇ ਵਿਸ਼ਵਾਸ ਪੈਦਾ ਹੋ ਗਿਆ। ਫਿਰ ਵਾਕਿਆ ਗੱਲ ਹੈ, ਮੈਂ ਆਪਣਾ ਦੁੱਖ ਕਿਉਂ ਆਪਣੇ ਅੰਦਰ ਰੱਖਾਂ, ਮੈਂ ਆਪਣਾ ਦੁੱਖ ਗੁਰੂ ਦੇ ਅੱਗੇ ਰੱਖਾਂ, ਮੈਂ ਆਪਣੇ ਗੁਰੂ ਨਾਲ ਗੱਲਾਂ ਕਰਾਂ, ਮੈਂ ਨਿਤ ਰੋਜ਼ ਗੱਲਾਂ ਕਰਾਂ, ਮੈਂ ਆਪਣਾ ਦੁੱਖ ਵੀ ਦੱਸਾਂ ਗੁਰੂ ਸਾਹਿਬ ਨੂੰ, ਮੈਂ ਆਪਣਾ ਸੁੱਖ ਵੀ ਦੱਸਾਂ। ਤਾਂ ਮੈਂ ਵਿਸ਼ਵਾਸ ਕਰਨ ਲੱਗ ਪਈ ਗੁਰੂ ਸਾਹਿਬ ਸਮਰੱਥ ਆ, ਤਾਂ ਗੁਰੂ ਸਾਹਿਬ ਦੇ ਵੱਸ ਵਿੱਚ ਸਾਰਾ ਕੁਛ ਆ। ਜੇ ਮੈਂ ਬੇਵੱਸ ਆ ਤਾਂ ਗੁਰੂ ਸਾਹਿਬ ਦੇ ਤਾਂ ਬੇਵੱਸ ਨਹੀਂ, ਗੁਰੂ ਸਾਹਿਬ ਵਿੱਚ ਸਭ ਕੁਝ ਵੱਸ ਵਿੱਚ। ਇਸ ਤਰ੍ਹਾਂ ਭੈਣ ਜੀ ਨੇ ਕਿਹਾ, ਫਿਰ ਮੈਂ ਜਪਜੀ ਸਾਹਿਬ ਦੇ ਪਾਠ ਸ਼ੁਰੂ ਕਰ ਲਏ। ਤਾਂ ਭੈਣ ਜੀ ਨੇ ਜਪਜੀ ਸਾਹਿਬ ਦੇ ਪਾਠ ਸ਼ੁਰੂ ਕਰਦੇ ਆ ਤਾਂ ਉਹਨਾਂ ਦਾ ਮਨ ਬੜੀ ਸ਼ਾਂਤੀ ਮਿਲੀ। ਤੇ ਇਸ ਤਰ੍ਹਾਂ ਲੱਗਾ ਤੇ ਜੋ ਉਹਨਾਂ ਦੀ ਸੋਚ ਸੀ, ਉਹਨਾਂ ਦੀ ਸੋਚ ਰੀਪ੍ਰੋਗਰਾਮ ਹੋਣ ਲੱਗੇ। ਜਿਸ ਤਰ੍ਹਾਂ ਜੇ ਕੋਈ ਕੰਪਿਊਟਰ ਆ, ਕੰਪਿਊਟਰ ਵਿੱਚ ਖਰਾਬੀ ਵਾਇਰਸ ਆ ਜਾਂਦੀ ਹੈ ਤਾਂ ਕੰਪਿਊਟਰ ਨੂੰ ਰੀਬੂਟ ਕਰਨਾ ਪੈਂਦਾ, ਨਵੀਂ ਸੌਫਟਵੇਅਰ ਪਾਉਣੀ ਪੈਂਦੀ ਹੈ। ਇਸ ਤਰ੍ਹਾਂ ਕਹਿੰਦੇ ਬਾਣੀ ਪੜ੍ਹਨ ਦਾ ਇੰਨਾ ਆਨੰਦ ਮਿਲਿਆ। ਫਿਰ ਜਿਹੜੀ ਮੇਰੀ ਪੁੱਠੀ ਸੋਚ ਸੀ, ਜਿਸ ਕਰਕੇ ਮੈਂ ਡਰੀ ਹੋਈ ਸੀ, ਜਿਸ ਸੋਚ ਕਰਕੇ ਮੈਂ ਘਬਰਾਈ ਹੋਈ ਸੀ, ਜਿਸ ਸੋਚ ਕਰਕੇ ਮੇਰਾ ਮਨ ਚਿੰਤਤ ਸੀ, ਫਿਕਰ, ਮੇਰੇ ਮਨ ਵਿੱਚ ਫਿਕਰ ਸੀ, ਸਟ੍ਰੈਸ ਸੀ, ਟੈਨਸ਼ਨ ਸੀ, ਕਹਿੰਦੀ ਬਾਣੀ ਪੜ੍ਹ ਕੇ ਮੇਰੀ ਸੋਚ ਬਦਲ ਗਈ। ਤਾਂ ਸਿਰਫ ਜਪਜੀ ਸਾਹਿਬ ਦੇ ਪਾਠ ਕਰਕੇ, ਬੜੇ ਪਿਆਰ ਦੇ ਨਾਲ, ਧਿਆਨ ਦੇ ਨਾਲ, ਮੁਸਕਰਾ ਕੇ, ਰੋਕ ਰੋਕ ਕੇ, ਵਿਚਾਰ ਕੇ, ਪਿਆਰ ਨਾਲ ਬਾਣੀ ਪੜ੍ਹ ਕੇ ਕਹਿੰਦੇ ਬਹੁਤ ਆਨੰਦ ਮਿਲਿਆ। ਕਹਿੰਦੇ ਫਿਰ 4 ਵਾਰੀ ਜਦੋਂ ਮੈਂ ਪੜ੍ਹ ਦਿੱਤਾ, ਜੋਤ ਦਪਾਦ ਹੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜਦੋਂ ਮੈਂ 4 ਵਾਰੀ ਇਹ ਪੜ੍ਹਿਆ ਤਾਂ ਮੇਰੇ ਅੰਦਰ ਬੜੀ ਸ਼ਾਂਤੀ ਆਈ,
ਜੋ ਤਦ ਭਾਵੈ। हे ਵਾਹਿਗੁਰੂ ਜੀ, ਜੋ ਤੁਹਾਨੂੰ ਚੰਗਾ ਲੱਗਦਾ ਸਾਈ ਪਲੀਕਾਰ ਉਹੀ ਚੰਗਾ ਆ। ਫਿਰ ਤੂੰ ਸਦਾ ਸਲਾਮ ਨਿਰੰਕਾਰ। हे ਨਿਰੰਕਾਰ ਜੀ, ਸਿਰਫ ਤੁਸੀਂ ਹੀ ਸਦਾ ਸਲਾਮਤ ਭਾਵ ਸਦਾ ਤੁਸੀਂ ਰਹਿਣ ਵਾਲੇ ਆ। ਇਹ ਸੰਸਾਰ ਨੇ ਆਇਆ ਤਾਂ ਚਲੇ ਜਾਣਾ ਆ। ਇਸ ਸੰਸਾਰ ਵਿੱਚ ਕੋਈ ਚੀਜ਼ ਟਿਕਣੀ ਨਹੀਂ, ਕੋਈ ਚੀਜ਼ ਸਦਾ ਵਾਸਤੇ ਨਹੀਂ, ਸਿਰਫ ਵਾਹਿਗੁਰੂ ਜੀ ਆ। ਇੱਕ ਨੇ ਪੰਕਤੀਆਂ ਪੜ੍ਹ ਕੇ 4 ਵਾਰੀ ਤੇ ਮੇਰੇ ਮਨ ਨੂੰ ਬੜੀ ਸ਼ਾਂਤੀ ਆਈ। ਫਿਰ ਜਪਜੀ ਦਾ ਪਾਠ ਕਰਦੇ ਆ। ਇਹ ਪੰਕਤੀ ਪੜ੍ਹੀ, ਕਿਤਿਆਂ ਦੂਖ ਭੂਖ ਸਦਮਾਰ, ਇਹ ਬੇਦਾਤ ਤੇਰੀ ਦਾਤਾਰ। ਇਹ ਪੰਕਤੀ ਪੜ੍ਹ ਕੇ ਵੀ ਕਹਿੰਦੇ ਮੇਰੇ ਮਨ 'ਚ ਬੜੀ ਸ਼ਾਂਤੀ ਆਈ। ਫਿਰ ਸੱਚੇ ਪਾਤਸ਼ਾਹ ਤੁਸੀਂ ਤਾਂ ਕਮਾਲ ਹੀ ਕਰ ਦਿੱਤੀ। ਜਿਹੜੀ ਇੱਕ ਦੁੱਖ ਆ, ਦੁੱਖ ਨੂੰ ਇੱਕ ਦਾਤ ਬਣਾ ਦਿੱਤੀ ਆ। ਦੁੱਖ ਦਾਰੂ ਸੁਖ ਰੋਗ ਪਿਆ। ਤਾਂ ਪਾਤਸ਼ਾਹ ਕਿੰਨੀ ਕਮਾਲ ਆ। ਦੁੱਖ ਨੂੰ ਵੀ ਪੋਜ਼ਿਟਿਵਿਟੀ ਵਿੱਚ ਦੇਖਣਾ ਆ। ਦੁੱਖ ਨੂੰ ਵੀ ਸਮਝਦਾ ਵੀ ਜੋ ਸਾਡੇ ਕਰਮਾਂ 'ਚ ਲਿਖਿਆ ਆ ਉਹੀ ਸਾਨੂੰ ਦੁੱਖ ਮਿਲਦਾ। ਜੇ ਭੁੱਖ ਮਿਲਦੀ ਆ, ਦੁੱਖ ਮਿਲਦਾ ਆ, ਇਹ ਸਾਡੇ ਕਰਮਾਂ ਕਰਕੇ ਮਿਲਦਾ। ਤੇ ਸੱਚੇ ਪਾਤਸ਼ਾਹ ਦਾਤਾਰ, ਇਹ ਵੀ ਤੇਰੀਆਂ ਦਾਤਾਂ ਆ, ਇਹ ਗਿਫਟ ਆ। ਇਹ ਦਾਤ ਵਿੱਚੋਂ ਦਾਤ, ਇਹ ਦੁੱਖ ਦੀ ਦਾਤ ਵਿੱਚੋਂ ਸੁੱਖ ਮਿਲਦਾ ਆ। ਇਹ ਦੁੱਖ ਨੂੰ ਅੰਮ੍ਰਿਤ ਬਣਾਉਣਾ ਆ। ਸੁਖਮਨ ਭੈਣ ਜੀ ਨੇ ਸਮਝਾਇਆ ਮਾਇਆ ਭੈਣ ਜੀ ਨੂੰ, ਸੱਚੀ ਗੱਲ ਆ, ਜਪਜੀ ਪੜ੍ਹਨ ਵਾਲਾ ਕਦੀ ਦੁਖੀ ਨਹੀਂ ਹੋ ਸਕਦਾ। ਜਿਹੜਾ ਕੋਈ ਵੀ 4 ਵਾਰੀ ਇਹ ਪੰਕਤੀ ਪੜੂਗਾ, ਜੋ ਤਦ ਪਾਵੇ ਸਾਈ ਪਲੀਕਾਰ, ਤੂੰ ਸਦਾ ਸਲਾਮ ਨਿਰੰਕਾਰ। हे ਵਾਹਿਗੁਰੂ ਜੀ, ਜੋ ਕੁਝ ਵੀ ਤੁਸੀਂ ਕਰ ਰਹੇ ਚੰਗਾ ਹੀ ਕਰ ਰਹੇ ਆ। ਤਾਂ ਸੱਚੀ ਕਦੇ ਦੁਖੀ ਨਹੀਂ ਬੰਦਾ ਹੋ ਸਕਦਾ, ਭਾਣਾ ਮੰਨਣ ਲੱਗ ਪੈਂਦਾ ਹੈ। ਕਿਤੇ ਆ ਦੁੱਖ ਭੂਖ ਸਦਮਾਰੇ, ਬੇਦਾਤ ਤੇਰੀ ਦਾਤਾਰ। ਕਦੀ ਨੈਗੇਟਿਵ ਨਹੀਂ ਹੋਗਾ, ਪੋਜ਼ਿਟਿਵ ਹੀ ਹੋਵੇਗਾ। ਕਦੀ ਚਿੰਤਾ ਵਿੱਚ ਨਹੀਂ ਡੁੱਬੂਗਾ, ਚਿੰਤਨ ਦੇ ਵਿੱਚ ਉਹ ਤਰੂਗਾ। ਇਹ ਗੱਲਾਂ ਸੁਣ ਕੇ ਅੱਗੇ ਭੈਣ ਜੀ ਨੇ ਸਮਝਾਇਆ। ਫਿਰ ਜਪਜੀ ਵਿੱਚੋਂ ਪਿਆਰ ਜਾਗੇ। ਫਿਰ ਮੈਂ ਸਹਿਜ ਪਾਠ ਵੀ ਕਰਨਾ, ਗੁਰੂ ਬਾਬੇ ਦੇ ਬਾਣੀ ਪੜ੍ਹ ਕੇ ਹੋਰ ਮੈਂ ਸ਼ਾਂਤੀ ਲੈ ਲਵਾਂ। ਤਾਂ ਗੁਰੂ ਬਾਬੇ ਦੇ ਬਾਣੀ ਵਿੱਚੋਂ ਬਹੁਤ ਪਿਆਰ ਮਿਲਿਆ, ਐਸਾ ਪਿਆਰ ਮਿਲਿਆ। ਗੁਰੂ ਜੀ ਨੇ ਮੇਰੇ ਨਾਲ ਗੱਲਾਂ ਕੀਤੀਆਂ, ਮੈਂ ਆਪਣੇ ਦਿਲ ਦੀਆਂ ਗੱਲਾਂ ਵਾਹਿਗੁਰੂ ਜੀ ਨਾਲ ਕੀਤੀਆਂ, ਤਾਂ ਵਾਹਿਗੁਰੂ ਜੀ ਨੇ ਮੇਰੇ ਨਾਲ ਗੱਲਾਂ ਕੀਤੀਆਂ। ਤਾਂ ਗੱਲਾਂ ਵਿੱਚ ਗੁਰੂ ਸਾਹਿਬ ਨੇ ਕੀ ਮੈਨੂੰ ਗੱਲਾਂ ਆਖੀਆਂ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਫਿਰ ਤੂੰ ਚਿੰਤਾ ਨਾ ਕਰ। ਚਿੰਤਾ ਜਿਹੜਾ ਬੱਚੇ ਨੂੰ ਕਿਹਾ ਜਾਂਦਾ, ਇਹ ਬੇਟਾ, ਇਹ ਬੇਟੀ, ਤੁਸੀਂ ਤਾਂ ਛੋਟੇ ਆ, ਤੁਹਾਡਾ ਤਾਂ ਕੰਮ ਨਹੀਂ ਚਿੰਤਾ ਕਰਨ ਦਾ, ਇਹ ਤਾਂ ਮਾਤਾ ਪਿਤਾ ਦਾ ਕੰਮ ਹੋਣਾ ਚਿੰਤਾ ਕਰਨ। ਇਸੇ ਤਰ੍ਹਾਂ ਵਾਹਿਗੁਰੂ ਜੀ ਸਾਡੇ ਮਾਤਾ ਪਿਤਾ ਜੀ ਆ, ਅਸੀਂ ਬੱਚੇ ਆ। ਤਾਂ ਗੁਰੂ ਜੀ ਕਹਿੰਦੇ ਆ ਆਪਣੇ ਮਾਤਾ ਪਿਤਾ ਜੀ ਵਾਹਿਗੁਰੂ ਜੀ ਨੂੰ ਚਿੰਤਾ ਦੇ ਦਿਓ ਤਾਂ ਤੁਸੀਂ ਨਿਚਿੰਤ ਹੋ ਜਾਓ। ਅੱਗੇ ਗੁਰਬਾਣੀ ਵਿੱਚ ਬੜਾ ਪਿਆਰਾ ਬਚਨ ਮਿਲਿਆ, ਫਰੀਦਾ ਜਿੰਨੀ ਕਮੀ ਨਾਏ, ਗੁਣ ਤੇ ਕਮੜੇ ਵਸਾਰ। ਕਹਿੰਦੇ ਗੁਰਬਾਣੀ ਨੇ ਮੈਨੂੰ ਸਮਝਾਇਆ ਕਿ ਜਿਹੜੇ ਕੰਮ ਨਹੀਂ, ਜਿਨ੍ਹਾਂ ਵਿੱਚ ਕੋਈ ਗੁਣ ਨਹੀਂ, ਫਰੀਦਾ ਜਿੰਨੀ ਕਮੀ ਨਾਏ, ਗੁਣ ਤੇ ਕਮੜੇ ਵਸਾਰ, ਜਿਨ੍ਹਾਂ ਵਿੱਚ ਕੋਈ ਗੁਣ ਹੈ ਨਹੀਂ। ਕਹਿੰਦੇ ਮਾਂ ਬਾਬਾ ਜੀ ਕਹਿੰਦੇ ਉਹ ਛੱਡ ਦਿਓ ਕੰਮ। ਮੈਂ ਸੋਚਿਆ ਐਵੇਂ ਨਿਊਜ਼ ਦੇਖੀ ਜਾਂਦੇ ਆ, ਨੈਗੇਟਿਵਿਟੀ ਦੇਖੀ ਜਾਂਦੇ ਆ, ਗੱਲਾਂ ਉਹ ਕਰੀ ਜਾਣੀਆਂ ਜਿੱਥੇ ਹੋਰ ਬੰਦਾ ਡਰੀ ਜਾਂਦਾ, ਉਹ ਗੱਲਾਂ ਕਰੇ ਜਿੱਥੇ ਹੋਰ ਟੈਨਸ਼ਨ ਹੋਈ ਜਾਣੀ ਆ। ਮੈਂ ਕੰਮ ਹੀ ਛੱਡ ਦਿੱਤੇ। ਜਿਹੜੇ ਕੰਮਾਂ ਦੇ ਨਾਲ ਮੈਨੂੰ ਟੈਨਸ਼ਨ ਹੁੰਦੀ ਸੀ, ਜਿਹੜੇ ਚੀਜ਼ਾਂ ਨੂੰ ਵੇਖ ਕੇ ਮੈਨੂੰ ਟੈਨਸ਼ਨ ਹੁੰਦੀ ਸੀ, ਉਹ ਚੀਜ਼ਾਂ ਹੀ ਮੈਂ ਛੱਡ ਦਿੱਤੀਆਂ। ਅੱਗੇ ਸੀ ਵਾਹਿਗੁਰੂ ਜੀ ਨੇ ਆਖਿਆ, ਜੈ ਜੈ ਦੇਖਾ ਤੈ ਹਰ ਪ੍ਰਭ ਸੋਏ, ਸਭ ਤੇਰੇ ਵਸ ਦੂਜਾ ਵਰਨਾ ਕੋਏ। ਕਹਿੰਦੇ ਪੁੱਤ ਜਿੱਥੇ ਤੂੰ ਵੇਖ ਉੱਥੇ ਤੂੰ ਵਾਹਿਗੁਰੂ ਵੇਖ, ਸਭ ਤੇਰੇ ਵਸ ਹੈ। ਵਾਹਿਗੁਰੂ ਸਭ ਤੇਰੇ ਵਸ ਹੈ, ਵਾਹਿਗੁਰੂ ਸਭ ਤੇਰੇ ਕੰਟਰੋਲ 'ਚ ਆ, ਦੂਜਾ ਵਰਨਾ ਕੋਈ, ਵਾਹਿਗੁਰੂ ਤੇ ਤੋਂ ਬਗੈਰ ਹੋਰ ਕੋਈ ਹੈ ਨਹੀਂ। ਇਹ ਨਾਨਕ ਬਿਨ ਨਾਵੈ ਸਭ ਦੁੱਖ, ਸੁਖ ਵਿਸਾਰਿਆ। ਜੇ ਅਸੀਂ ਵਾਹਿਗੁਰੂ ਜੀ ਨੂੰ ਭੁੱਲ ਲਈਏ, ਅਸੀਂ ਸਿਮਰਨ ਛੱਡ ਦਈਏ, ਤਾਂ ਸੱਚੀ ਸਭ ਦੁੱਖ ਆ। ਤਾਂ ਜੋ ਸਾਡੇ ਮਾਰੇ ਸੁੱਖ ਵੀ ਤਾਂ ਉਹ ਵੀ ਅਸੀਂ ਭੁੱਲ ਜਾਂਦੇ, ਨੈਗੇਟਿਵਿਟੀ ਵਿੱਚ ਬੰਦਾ ਡੁੱਬ ਜਾਂਦਾ ਆ। ਵਾਹਿਗੁਰੂ ਨੂੰ ਚੇਤੇ ਕਰਨਾ ਆ, ਵਾਹਿਗੁਰੂ ਦਾ ਨਾਮ ਜਪੀਏ। ਫਿਰ ਚਿੰਤਾ ਤਾਂ ਕੀ ਕੀਜੀਏ, ਜੋ ਅਣਹੋਣੀ ਹੋਏ, ਇਹੋ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ। ਕਹਿੰਦੇ ਗੁਰੂ ਜੀ ਨੇ ਆਖਿਆ, ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ। ਉਸ ਚੀਜ਼ ਦੀ ਸਾਨੂੰ ਚਿੰਤਾ ਕਰਨੀ ਚਾਹੀਦੀ ਹੈ ਜਿਹੜੀ ਚੀਜ਼ ਅਣਹੋਣੀ ਆ, ਜਿਹੜੀ ਚੀਜ਼ ਹੋ ਹੀ ਨਹੀਂ ਸਕਦੀ, ਇਨਪੋਸੀਬਲ ਆ।
ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਪਰ ਗੁਰੂ ਜੀ ਸਮਝ ਆਉਂਦੇ ਆ ਪੁੱਤਰ ਜੀ, ਤੇ ਇਹ ਸੰਸਾਰ ਵਿੱਚ ਕੋਈ ਚੀਜ਼ ਜਿਹੜੀ ਆ ਸਦਾ ਨਹੀਂ ਰਹਿਣੀ। ਅਸੀਂ ਅਣਹੋਣੀ ਮੌਤ ਨੂੰ ਅਣਹੋਣੀ ਸਮਝਦੇ ਆ, ਪਰ ਪੁੱਤ ਇਹ ਅਣਹੋਣੀ ਨਹੀਂ। ਮਰਨ ਖਾਏ ਮੰਡਲ ਮੇ ਆਏ, ਸਾਡਾ ਜਨਮ ਵੀ ਆ ਤੇ ਮਰਨਾ ਵੀ ਆ। ਵਾਹਿਗੁਰੂ ਜੀ ਨੇ ਸਾਡੇ ਸਵਾਸ ਗਿਣ ਗਿਣ ਕੇ ਲਿਖੇ ਆ, ਇਸ ਕਰਕੇ ਅਣਹੋਣੀ ਨਹੀਂ। ਤਾਂ ਚਿੰਤਾ ਤਾਂ ਕੀ ਜੇ ਜੁਣ ਹੋਣੇ, ਜੇ ਅਣਹੋਣੀ ਗੱਲ ਹੋਵੇ ਤਾਂ ਬੰਦਾ ਫਿਕਰ ਕਰੇ, ਪਰ ਮਰਨਾ ਅਣਹੋਣੀ ਗੱਲ ਨਹੀਂ, ਬਿਮਾਰ ਹੋਣਾ ਅਣਹੋਣੀ ਗੱਲ ਨਹੀਂ। ਸਰੀਰ ਜਿਹੜਾ ਆ, ਸਰੀਰ ਨੂੰ ਬਿਮਾਰੀ ਵੀ ਹੋਵੇਗੀ, ਸਰੀਰ ਤੰਦਰੁਸਤ ਵੀ ਹੋ ਸਕਦਾ ਆ। ਇਹ ਕੁਦਰਤੀ ਬੋਡੀ ਦਾ ਸਰੀਰ ਇਸ ਤਰ੍ਹਾਂ ਬਣਿਆ ਆ। ਭਾਸ਼ਾ ਸਾਨੂੰ ਸਮਝਾਉਂਦੀ ਆ, ਫਿਰ ਅਣਹੋਣੀ ਵਾਲੀ ਗੱਲ ਤਾਂ ਕੋਈ ਐਸੀ ਹੈ ਹੀ ਨਹੀਂ। ਤੇ ਇਸ ਕਰਕੇ ਪੁੱਤਰ ਜੀ ਉਸ ਮਾਲਕ ਨੂੰ ਚੇਤੇ ਕਰੋ। ਇਸੇ ਤਰ੍ਹਾਂ ਇੱਕ ਦਿਨ ਸੁਖਮਨ ਭੈਣ ਜੀ ਨੇ ਸਮਝਾਇਆ। ਮੈਂ ਗੁਰਦੁਆਰੇ ਸਾਹਿਬ ਗਈ ਤਾਂ ਗੁਰਦੁਆਰੇ ਸਾਹਿਬ ਬਾਬਾ ਜੀ ਕਥਾ ਕਰਦੇ ਸੀ, ਤੇ ਕਥਾ ਦੇ ਵਿੱਚ ਕਹਿੰਦੇ ਸੀ ਫਿਰ ਜਿਹੜਾ ਮਨ ਆ, ਮਨ ਜਦੋਂ ਸਾਡਾ ਜ਼ਿਆਦਾ ਸੋਚਣ ਲੱਗ ਪੈਂਦਾ, ਸੋਚ ਸੋਚ ਕੇ ਸਾਡਾ ਮਨ ਦੁਖੀ ਹੋਣ ਲੱਗ ਪੈਂਦਾ ਹੈ। ਸਾਡਾ ਮਨ ਉਹ ਚੀਜ਼ਾਂ ਸੋਚਣ ਲੱਗ ਪੈਂਦਾ ਆ ਜਿੱਥੇ ਸੋਚਣ ਵਾਲੀ ਕੋਈ ਗੱਲ ਹੀ ਨਹੀਂ ਸੀ। ਤਾਂ ਇਹ ਚੀਜ਼ਾਂ ਛੋਟੀ ਮੋਟੀਆਂ ਗੱਲਾਂ, ਜੋ ਹੋਰ ਕਿਸੇ ਚੀਜ਼ ਟੌਪਿਕ ਬਾਰੇ ਗੱਲ ਕਿਸੇ ਨਾਲ ਹੋਈ ਆ ਤਾਂ ਅਸੀਂ ਉਹ ਸੋਚਦੇ, ਕਿਸੇ ਦਾ ਕੁਛ ਚੀਜ਼ ਕਿਸੇ ਨਾਲ ਵਾਪਰੀ ਆ ਤਾਂ ਉਹ ਅਸੀਂ ਆਪਣੇ ਮਨ ਵਿੱਚ ਹੰਡਾਉਣ ਲੱਗ ਪੈਂਦੇ ਆ, ਤਾਂ ਅਸੀਂ ਦੁਖੀ ਹੋਣ ਲੱਗ ਪੈਂਦੇ ਆ। ਸਟ੍ਰੈਸ ਆ ਜਾਂਦੀ ਆ, ਡਿਪਰੈਸ਼ਨ ਆ ਜਾਂਦੀ ਜ਼ਿੰਦਗੀ ਦੇ ਵਿੱਚ। ਤਾਂ ਬਾਬਾ ਜੀ ਨੇ ਇੱਕ ਕਥਾ ਦੇ ਵਿੱਚ ਇੱਕ ਬਹੁਤ ਸੋਹਣੀ ਕਹਾਣੀ ਦੇ ਰੂਪ ਦੇ ਵਿੱਚ ਸਿੱਖਿਆ ਦਿੱਤੀ। ਉਹਨਾਂ ਨੇ ਇਸ ਤਰ੍ਹਾਂ ਸਿੱਖਿਆ ਦਿੱਤੀ ਕਿ ਇੱਕ ਬੰਦਾ ਸੀ, ਇੱਕ ਬੰਦਾ ਜਿਹੜਾ ਆ ਉਹ ਬਾਜ਼ਾਰ ਵਿੱਚ ਗਿਆ। ਬਾਜ਼ਾਰ ਦੇ ਵਿੱਚ ਇੱਕ ਟੇਬਲ ਲੱਗਾ ਆ, ਤਾਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਕੀ ਵੇਚ ਰਹੇ ਆ? ਤਾਂ ਕਹਿੰਦੇ ਅਸੀਂ ਪ੍ਰੇਤ ਵੇਚ ਰਹੇ ਆ, ਅਸੀਂ ਪ੍ਰੇਤ ਮਤਲਬ ਗੁਰੂਆਂ ਵੇਚਦੇ ਆ, ਪ੍ਰੇਤ ਵੇਚਦੇ ਆ। ਉਹ ਕਹਿੰਦੇ ਇਹ ਕੀ ਗੱਲ? ਕਹਿੰਦੇ ਉਹ ਸਾਰਾ ਤੁਹਾਡਾ ਕੰਮ ਦਾ ਘਰ ਕਰ ਲੋਗੇ, ਤੁਸੀਂ ਵੀ ਖਰੀਦ ਲਓ, ਤੁਹਾਡੇ ਸਾਰੇ ਘਰ ਦੇ ਕੰਮ, ਇਹ ਜਿਹੜੀ ਪ੍ਰੇਤ ਆ, ਇਹ ਜਿਹੜੀ ਰੂਹ ਆ, ਇਹ ਕਰ ਲੂੰਗੀ। ਅਸੀਂ ਉਹਨੂੰ ਕਿਸੇ ਡੱਬੇ 'ਚ ਪਾ ਕੇ ਰੱਖਿਆ, ਤੁਸੀਂ ਘਰ ਲੈ ਜਾਓ, ਡੱਬਾ ਖੋਲ ਦਿਓ ਤਾਂ ਪ੍ਰੇਤ ਨਿਕਲ ਜਾਊਗਾ, ਤਾਂ ਤੁਹਾਡਾ ਸਾਰੇ ਕੰਮ ਦੇ ਕਰ। ਠੀਕ ਹੈ, ਇਹ ਕਹਾਣੀ ਆ। ਬੰਦਾ ਕਹਿੰਦਾ ਬਹੁਤ ਵਧੀਆ ਆ, ਮੇਰੀ ਘਰ ਵਾਲੀ ਕਹਿੰਦੀ ਰਹਿੰਦੀ ਆ ਘਰ ਦਾ ਕੰਮ ਕਰੋ, ਤਾਂ ਮੈਂ ਵਧੀਆ ਕਰਾਂ, ਪ੍ਰੇਤ ਤੋਂ ਮੈਂ ਕਰਾ ਦੂੰਗਾ ਸਾਰਾ ਕੁਝ। ਉਹ ਡੱਬਾ ਲੈ ਕੇ ਘਰ ਲੈ ਗਿਆ, ਤਾਂ ਡੱਬਾ ਖੋਲ ਕੇ ਤਾਂ ਆਪਣੇ ਘਰ ਨੂੰ ਕਿਹਾ ਕਿ ਬਹੁਤ ਵਧੀਆ, ਮੈਂ ਸੌਦਾ ਕਿਤੇ ਪ੍ਰੇਤ ਖਰੀਦਿਆ ਤੇ ਪ੍ਰੇਤ ਨੇ ਸਾਰਾ ਘਰ ਦਾ ਕੰਮ ਕਰ ਦੇਣਾ ਹੈ। ਸੋ ਉਹ ਬੜੇ ਹੈਰਾਨ ਹੋਣ। ਬੀਬੀ ਕਹਿੰਦੀ ਅੱਛਾ। ਤਾਂ ਉਹ ਕਹਿੰਦੀ ਇੱਕ ਪੰਗਾ ਪੈ ਗਿਆ। ਕਹਿੰਦਾ ਪੰਗਾ ਕੀ ਆ? ਬੰਦਾ ਕਹਿੰਦਾ ਆਪਣੇ ਘਰ ਵਾਲੀ ਨੂੰ। ਘਰ ਵਾਲੀ ਕਹਿੰਦੀ ਦੇਖੋ ਪ੍ਰੇਤ ਤਾਂ ਹੁਣ ਹੀ ਲਿਆਂਦਾ, ਤੁਸੀਂ ਉਹਨੇ ਸਾਰੇ ਕੰਮ ਉਹਨੇ ਕਰ ਦਿੱਤੇ ਘਰ ਦੇ, ਇਹ ਤਾਂ ਪੰਗਾ ਪੈ ਗਿਆ। ਵਾਕਿਆ ਪ੍ਰੇਤ ਨੇ ਸਾਰਾ ਹੂਬਰ ਵੀ ਕਰ ਦਿੱਤਾ, ਘਰ ਦੀ ਸਫਾਈ ਵੀ ਕਰ ਦਿੱਤੀ, ਬਾਹਰੋਂ ਵੀ ਸਾਫ਼ ਕਰ ਦਿੱਤਾ। ਉਹ ਕਹਿੰਦੇ ਜਦੋਂ ਇਹ ਵਿਹਲਾ ਹੋ ਗਿਆ ਤਾਂ ਸਾਨੂੰ ਹੀ ਤੰਗ ਕਰਨਾ ਆ, ਤੇ ਤੁਸੀਂ ਤਾਂ ਵੱਡੀ ਸਮੱਸਿਆ ਲਿਆ ਦਿੱਤੀ ਘਰ ਦੇ ਵਿੱਚ। ਬੰਦੇ ਨੇ ਸੋਚਿਆ ਤੇ ਫਿਰ ਉਹ ਕਹਿੰਦੇ ਮੈਨੂੰ ਇੱਕ ਹੱਲ ਹੈਗਾ ਆ। ਉਹਨਾਂ ਨੇ ਪ੍ਰੇਤ ਨੂੰ ਇੱਕ ਡਿਊਟੀ ਲਾ ਦਿੱਤੀ, ਪੌੜੀ ਬਾਹਰ ਲਾ ਦਿੱਤੀ, ਫਿਰ ਤੂੰ ਉੱਪਰ ਜਾਣਾ ਤੇ ਹੇਠਾਂ ਉੱਪਰ ਚੜਨਾ ਤਾਂ ਹੇਠਾਂ ਆਉਣਾ ਆ, ਬਸ ਇਹੀ ਤੇਰਾ ਕੰਮ ਆ। ਪ੍ਰੇਤ ਕਹਿੰਦਾ ਠੀਕ ਆ। ਉਹਨੇ ਉੱਪਰ ਚੜ ਜਾਣਾ, ਹੇਠਾਂ ਆ ਜਾਣਾ ਦਾ। ਤੇ ਇਸੇ ਤਰ੍ਹਾਂ ਪ੍ਰੇਤ ਬਿਜ਼ੀ ਰਿਹਾ। ਤੇ ਉਹਨੇ ਫਿਰ ਜਿਹੜੇ ਹਸਬੈਂਡ ਵਾਈਫ ਸੀ ਉਹਨਾਂ ਨੂੰ ਤੰਗ ਨਹੀਂ ਕੀਤਾ। ਇਸ ਤਰ੍ਹਾਂ ਬਾਬਾ ਜੀ ਨੇ ਕਥਾ ਸਮਝਾਇਆ ਕਿ ਬਾਣੀ ਕਹਿੰਦੀ ਮਨ ਰੇ ਗੁਰ ਕੀ ਕਾਰ ਕਮਾਏ। ਜਿਸ ਤਰ੍ਹਾਂ ਪ੍ਰੇਤ ਨੂੰ ਕੰਟਰੋਲ ਕਰਨਾ ਪਿਆ, ਜੇ ਪ੍ਰੇਤ ਵਿਹਲਾ ਰਹਿ ਗਿਆ ਤਾਂ ਵਿਹਲੇ ਪ੍ਰੇਤ ਨੇ ਤੁਹਾਨੂੰ ਤੰਗ ਕਰਨਾ ਆ। ਪ੍ਰੇਤ ਕੀ ਸੀ? ਇੱਕ ਸਮਝਾਉਣ ਵਾਸਤੇ ਇੱਕ ਕਹਾਣੀ ਬਣਾਈ ਆ। ਫਿਰ ਪ੍ਰੇਤ ਸਾਡਾ ਮਨ ਆ, ਵਿਹਲਾ ਮਨ ਸ਼ੈਤਾਨ ਦਾ ਘਰ ਕਹਾਵਤ ਆ। ਗੁਰੂ ਸਾਹਿਬ ਬਾਣੀ ਚ ਕਹਿੰਦੇ ਤੇ ਜੇ ਸਾਡਾ ਮਨ ਵਿਹਲਾ ਆ, ਅਸੀਂ ਉਹਨੂੰ ਬਿਜ਼ੀ ਨਾ ਰੱਖੀਏ ਤੇ ਫਿਰ ਸੋਚਾਂ ਚ ਪੈ ਜਾਂਦਾ, ਸੋਚਾਂ ਫਿਰ ਡਿਪਰੈਸ਼ਨ ਵਿੱਚ ਪੈ ਜਾਂਦਾ। ਸੋਚ ਕਰਕੇ ਲੋਕੀ ਬਿਮਾਰ ਹੋ ਰਹੇ ਆ। ਮਨ ਰੇ ਗੁਰ ਕੀ ਕਾਰ ਕਮਾਏ, ਗੁਰੂ ਦੀ ਕਾਰ ਕਰਕੇ, ਗੁਰੂ ਦੀ ਸੇਵਾ ਕਰਕੇ ਆਪਣੇ ਮਨ ਨੂੰ ਬਿਜ਼ੀ ਰੱਖੋ। ਮਾਇਆ ਨੂੰ ਚੰਗੀਆਂ ਗੱਲਾਂ ਲੱਗੇ, ਕਹਿੰਦੇ ਉਹ ਭੈਣ ਜੀ ਤੁਹਾਡੀਆਂ, ਸੁਖਮਨ ਭੈਣ ਜੀ ਤੁਹਾਡੀ ਗੱਲਾਂ ਚੰਗੀਆਂ ਲੱਗੀਆਂ, ਪਰ ਇੱਕ ਗੱਲ ਹੈ, ਮੈਂ ਆਪਣੇ ਮਨ ਨੂੰ ਕਿਵੇਂ ਬਿਜ਼ੀ ਰੱਖ ਸਕਦੀ ਹਾਂ? ਕਿਵੇਂ ਆਪਣੇ ਮਨ ਨੂੰ ਗੁਰੂ ਦੀ ਕਾਰ ਵਿੱਚ ਮੈਂ ਰੱਖ ਸਕਦੀ, ਗੁਰੂ ਦੀ ਸੇਵਾ ਵਿੱਚ ਮੈਂ ਇਹਨੂੰ ਹਮੇਸ਼ਾ ਬਿਜ਼ੀ ਰੱਖ ਸਕਦੀ ਹਾਂ?
ਕਹਿੰਦੇ ਫਿਰ ਮੈਂ ਤਾਂ ਮੈਨੂੰ ਤਾਂ ਆਪਣਾ ਸਮਾਂ ਏਦਾਂ ਹੀ ਲੰਘ ਜਾਂਦਾ, ਮੈਂ ਬਿਜ਼ੀ ਰਹਿਣਾ ਹੀ ਬੜਾ ਮੁਸ਼ਕਲ ਹੋ ਜਾਂਦਾ ਕਈ ਵਾਰੀ। ਮੈਂ ਤਾਂ ਬਸ ਟੀਵੀ ਦੇਖ ਦੇਖ ਕੇ ਮੈਂ ਸੋਚਾਂ 'ਚ ਪੈ ਜਾਂਦੇ, ਨਿਊਜ਼ ਵੇਖ ਕੇ ਮੈਂ ਬਿਮਾਰ ਹੋ ਗਈ ਆ। ਤਾਂ ਭੈਣ ਜੀ ਸੁਖਮਨ ਕਹਿੰਦੇ ਕੋਈ ਗੱਲ ਨਹੀਂ, ਮੈਂ ਸਮਝਾਉਂਦੀ ਆ। ਕਹਿੰਦੇ ਮੈਂ ਆਪਣੇ ਮਨ ਨੂੰ ਕਿੱਦਾਂ ਬਿਜ਼ੀ ਰੱਖਿਆ, ਗੁਰਸਿੱਖ ਹੋਣ ਤੋਂ ਪਹਿਲਾਂ ਮੈਂ ਆਪਣੇ ਮਨ ਨੂੰ ਬਿਜ਼ੀ ਰੱਖਿਆ। ਨਿਤਨੇਮ ਮੈਂ ਸ਼ੁਰੂ ਕਰ ਲਿਆ ਸੀ। ਪਹਿਲਾਂ ਜਪ ਜੀ, ਹੌਲੀ ਹੌਲੀ ਜਾਪ ਸਾਹਿਬ ਦਾ ਪਾਠ ਦੀ, ਹੌਲੀ ਬਾਕੀ ਬਾਣੀਆਂ ਦੀ, ਸ਼ਬਦਜ਼ਾਰੀ ਦੀ ਪਾਠ ਐਡ ਕਰ ਲਏ, ਸੁਖਮਨੀ ਸਾਹਿਬ ਦਾ ਪਾਠ ਕਰ ਲੈਣਾ। ਫਿਰ ਜਦੋਂ ਸੁਖਮਨੀ ਨਹੀਂ ਕਰਨਾ ਤਾਂ ਕੀਰਤਨ ਸੁਣ ਲੈਣਾ, ਕੀਰਤਨ ਨਹੀਂ ਤਾਂ ਸੇਵਾ ਘਰ ਕਰ ਲੈਣੀ ਆ। ਜੇ ਮੈਂ ਗੁਰੂ ਘਰ ਜਾ ਸਕਦੇ, ਗੁਰੂ ਘਰ ਜਾ ਕੇ ਸੇਵਾ ਕਰ ਲੈਣੀ। ਜੇ ਗੁਰੂ ਘਰ ਜਾਣਾ ਨਹੀਂ ਸੰਭਵ, ਨਹੀਂ ਪੋਸੀਬਲ, ਤਾਂ ਮੈਂ ਘਰ ਗੁਰੂ ਘਰ ਸਮਝ ਕੇ ਮੈਂ ਆਪਣੇ ਜਿਹੜੇ ਘਰ ਦੇ ਜਿਹੜੇ ਗੰਦੇ ਭਾਂਡੇ ਆ, ਉਹ ਮੈਂ ਇਹ ਸਮਝਦੀ ਸੀ ਇਹ ਗੁਰੂ ਘਰ ਦੇ ਭਾਂਡੇ ਆ, ਤਾਂ ਮੈਂ ਸਫਾਈ ਕਰਨੀ ਆ। ਮੈਂ ਆਪਣੇ ਘਰ ਦੇ ਵਿੱਚ ਪੋਚਾ ਫੇਰਨਾ ਜਿੱਦਾਂ ਮੈਂ ਗੁਰੂ ਸਾਹਿਬ ਦੇ ਘਰ ਦੇ ਵਿੱਚ ਮੈਂ ਪੋਚਾ ਫੇਰ ਰਹੀ ਆ। ਕਿਉਂਕਿ ਮੇਰੇ ਗੁਰਦੁਆਰੇ ਕਈ ਵਾਰੀ ਜਾਣਾ ਪੋਸੀਬਲ ਨਹੀਂ ਹੁੰਦਾ, ਸੰਭਵ ਨਹੀਂ ਹੁੰਦਾ। ਇਸ ਕਰਕੇ ਮੈਂ ਉਸ ਤਰ੍ਹਾਂ ਮੈਂ ਆਪਣੀ ਸੇਵਾ ਨਿਭਾਉਣੀ ਆ, ਆਪਣੇ ਪਰਿਵਾਰ ਨੂੰ ਸਾਧ ਸੰਗਤ ਸਮਝਣਾ, ਆਪਣੇ ਘਰ ਨੂੰ ਗੁਰਦੁਆਰਾ ਸਮਝ ਕੇ ਐਸਾ ਸੇਵਾ ਕਰਨੀ, ਤਾਂ ਮਨ ਨੂੰ ਸ਼ਾਂਤੀ ਮਿਲਣੀ ਆ, ਮਨ ਬਿਜ਼ੀ ਰਹਿਣਾ ਆ। ਤੇ ਬਿਜ਼ੀ ਜਦੋਂ ਮਨ ਰਹਿੰਦਾ ਫਿਰ ਮਨ ਜਿਹੜਾ ਫਿਕਰ ਨਹੀਂ ਕਰਦਾ। ਮਾਇਆ ਭੈਣ ਜੀ ਕਹਿੰਦੇ ਭੈਣ ਜੀ ਇਹ ਤਾਂ ਗੱਲ ਬੜੀ ਵਧੀਆ ਤੁਸੀਂ ਕੀਤੀ ਆ, ਤੁਸੀਂ ਮੈਨੂੰ ਬਹੁਤ ਇਨਸਪਾਇਰ ਕੀਤਾ ਆ। ਤਾਂ ਹੁਣ ਮੈਂ ਵੀ ਚਾਹੁੰਦੀ ਆ ਫਿਰ ਮੈਂ ਵੀ ਆਪਣਾ ਸੋਚ ਨੂੰ ਮੈਂ ਬਦਲਾਂ, ਜਿੱਥੇ ਮੈਂ ਨੈਗੇਟਿਵਿਟੀ ਆ ਮੈਂ ਹੁਣ ਪੋਜ਼ਿਟਿਵ ਬਣਾ। ਤਾਂ ਜੋ ਮੈਂ ਇਹ ਮਹਾਮਾਰੀ ਦੇ ਜੋ ਨਿਊਜ਼ ਵੇਖ ਕੇ ਮੈਨੂੰ ਇੰਨਾ ਚਿੰਤਾ ਹੋ ਕੇ ਮੈਂ ਬਿਮਾਰ ਹੋਣ ਵਾਲੀ ਹੋ ਗਈ ਆ, ਇੰਨੀ ਮੈਂ ਡਿਪਰੈਸ਼ਨ ਚਲ ਗਈ ਆ। ਮੇਰੇ ਭੈਣ ਜੀ ਤੁਸੀਂ ਬਹੁਤ ਸੋਹਣੇ ਆਈਡੀਆ ਦੇ ਦਿੱਤੇ ਆ, ਪਰ ਮੈਂ ਕਿੱਦਾਂ ਮੈਂ ਪੋਜ਼ਿਟਿਵ ਬਣ ਸਕਦੀ ਆ। ਸੋ ਭੈਣ ਜੀ ਰਲ ਮਿਲ ਕੇ ਸੁਖਮਨ ਭੈਣ ਜੀ ਤਾਂ ਮਾਇਆ ਭੈਣ ਜੀ ਰਲ ਮਿਲ ਕੇ ਉਹ ਗੁਰੂ ਸਾਹਿਬ ਦੀ ਬਾਣੀ ਪੜ੍ਹਨ ਲੱਗ ਪੈਂਦੇ ਆ, ਸੈਂਚੀਆਂ ਲੈ ਕੇ ਪਾਠ ਕਰਨ ਲੱਗ ਪੈਂਦੇ ਆ। ਤਾਂ ਬਾਣੀ ਦਾ ਪ੍ਰਮਾਣ ਹੈ, ਜੋ ਇੱਛਾ ਹੈ ਸੋਈ ਫਲ ਪਾਵੇ ਹੈ, ਗੁਰਬਾਣੀ ਸੁਖ ਪਾਏ। ਜਿਹੜੀ ਇੱਛਾ ਦੇ ਨਾਲ ਅਸੀਂ ਜਦੋਂ ਅਸੀਂ ਗੁਰਬਾਣੀ ਪੜ੍ਹੋਗੇ, ਜੋ ਵੀ ਸਾਡੀ ਮਨ ਦੀ ਇੱਛਾ ਆ ਉਹ ਪੂਰੀ ਹੋ ਜਾਂਦੀ ਆ। ਜਿਹੜਾ ਬੰਦਾ ਸੁੱਖ ਲੱਭਦਾ ਸੁੱਖ ਮਿਲ ਜਾਂਦਾ ਆ, ਜਿਹੜਾ ਬੰਦਾ ਚਾਹੁੰਦਾ ਮੇਰੇ ਅੰਦਰ ਠੰਡ ਪੈ ਜਾਵੇ ਤਾਂ ਠੰਡ ਮਿਲ ਜਾਂਦੀ ਆ। ਤਾਂ ਅੱਗੇ ਰਲ ਮਿਲ ਕੇ ਸੇਵਾ ਕਰਨ ਲੱਗ ਪੈਂਦੇ ਆ। ਸੇਵੋ ਸਤਿਗੁਰ ਦੇਵ ਅੱਗੇ ਨਾ ਮਰੋ ਡਰ। ਕਹਿੰਦੇ ਆ ਜੇ ਅਸੀਂ ਬਾਣੀ ਕਹਿੰਦੀ ਆ ਫਿਰ ਅਸੀਂ ਸਤਿਗੁਰੂ ਪਾਤਸ਼ਾਹ ਦੀ ਸੇਵਾ ਕਰੋਗੇ ਤਾਂ ਫਿਰ ਸਾਡਾ ਡਰ ਚੱਲ ਜਾਂਦਾ, ਡਰ ਮਰ ਜਾਂਦਾ ਆ। ਇਸ ਤਰ੍ਹਾਂ ਭੈਣ ਜੀ ਰਲ ਮਿਲ ਕੇ ਭੈਣਾਂ ਨੇ ਗੁਰੂ ਘਰ ਦੇ ਜੂਠੇ ਬਰਤਨ ਮਾਂਜਣੇ, ਝਾੜੂ ਫੇਰਨਾ ਆ। ਜੇ ਗੁਰੂ ਘਰ ਨਹੀਂ ਜਾ ਸਕਦੇ ਆਪਣੇ ਘਰ ਦੇ ਵਿੱਚ ਸੰਗਤ ਸਮਝ ਕੇ ਸੇਵਾ ਕਰਨੀ ਆ। ਹੌਲੀ ਹੌਲੀ ਜੇ ਮਨ ਦੇ ਡਰ ਸੀ ਉਹ ਮਰ ਗਏ। ਅੱਧ ਦੇ ਵਿੱਚ ਇੱਕ ਦਿਨ ਮਾਂ ਭੈਣ ਜੀ ਅਰਦਾਸ ਸੁਣਦੇ ਸੀ। ਜਦੋਂ ਭੈਣ ਜੀ ਸੁਖਮਨ ਕੌਰ ਜੀ ਨੇ ਅਰਦਾਸ ਕੀਤੀ ਤਾਂ ਭੈਣ ਜੀ ਦੇ ਮਨ ਵਿੱਚ ਕੁਝ ਖਿਆਲ ਆਏ। ਭੈਣ ਜੀ ਨੇ ਆਖਿਆ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ। ਤਾਂ ਭੈਣ ਜੀ ਦੇ ਮਨ ਵਿੱਚ ਆਇਆ, ਫੋਟੋ ਬਣ ਗਈ ਸਾਡੇ ਧਰਮ ਦੇ ਵਿੱਚ, ਸਾਡੇ ਇਤਿਹਾਸ ਵਿੱਚ ਕਿੰਨੀਆਂ ਕੁਰਬਾਨੀਆਂ ਹੋਈਆਂ। ਬੰਦ ਬੰਦ ਕਟਾਏ, ਖੋਪੜਿਆਂ ਲੋਹਾਈਆਂ, ਚੜਖੀਆਂ ਦੇ ਚੜੇ, ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕਿਸਾਂ ਸਵਾਸਾ ਨਾ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਭੈਣ ਜੀ ਨੇ ਗੱਲਾਂ ਸੁਣ ਕੇ, ਨਹੀਂ ਅਰਦਾਸ ਦੇ ਬਚਨ ਸੁਣ ਕੇ ਤਾਂ ਮਨ ਵਿੱਚ ਠੰਡ ਆ ਗਈ। ਸੱਚੇ ਪਾਤਸ਼ਾਹ, ਜੋ ਮੈਂ ਦੁੱਖ ਸਮਝੀ ਸੀ ਉਹ ਤਾਂ ਦੁੱਖ ਬਹੁਤ ਛੋਟਾ ਲੱਗਦਾ ਆ। ਸਾਡੇ ਇਤਿਹਾਸ ਵਿੱਚ ਤਾਂ ਬੰਦ ਕੱਟੇ ਗਏ ਆ। ਸਾਡੇ ਸਿੱਖ ਇਤਿਹਾਸ ਦੇ ਵਿੱਚ ਤਾਂ ਬੀਬੀਆਂ ਤੇ ਬੱਚੇ ਟੋਟੇ ਕੀਤੇ ਗਏ ਆ। ਭਾਈ ਤਾਰੂ ਸਿੰਘ ਦੇ ਖੋਪਰ ਲਾਏ ਗਏ, ਉਹ ਤਾਂ ਚੜ੍ਹਦੀ ਕਲਾ ਵਿੱਚ ਰਹੇ ਆ, ਉਹ ਡੋਲੇ ਨਹੀਂ, ਉਹ ਚੜ੍ਹਦੀ ਕਲਾ ਚ ਰਹੇ। ਉਹ ਕਿਵੇਂ ਚੜ੍ਹਦੀ ਕਲਾ ਚ ਰਹੇ ਕਿ ਉਹਨਾਂ ਨੇ ਵਾਹਿਗੁਰੂ ਚੇਤੇ ਰੱਖਿਆ ਦਿਲ ਵਿੱਚ। ਉਹਨਾਂ ਨੇ ਬਾਣੀ ਦਾ ਸਾਥ ਨਹੀਂ ਛੱਡਿਆ, ਉਹਨਾਂ ਨੇ ਅਰਦਾਸ ਨਹੀਂ ਛੱਡੀ, ਉਹਨਾਂ ਨੇ ਆਪਣਾ ਵਿਸ਼ਵਾਸ ਨਹੀਂ ਛੱਡਿਆ। ਉਹਨਾਂ ਨੇ ਪੂਰਨ ਵਿਸ਼ਵਾਸ ਸੀ ਗੁਰੂ ਸਾਹਿਬ ਦੇ ਵਿੱਚ, ਉਹ ਭਾਣੇ ਵਿੱਚ ਰਹੇ ਆ। ਇਸੇ ਕਰਕੇ ਉਹ ਚੜ੍ਹਦੀ ਕਲਾ ਵਿੱਚ ਰਹੇ ਆ। ਤਾਂ ਭਾਣੇ ਚ ਕਿਵੇਂ ਰਹੇ? ਕਿਉਂਕਿ ਉਹ ਨਾਮ ਨਾਲ ਜੁੜੇ ਹੋਏ ਸੀ। ਭੈਣ ਜੀ ਨੂੰ ਬੜਾ ਸਕੂਨ ਮਿਲਿਆ ਅਰਦਾਸ ਸੁਣ ਕੇ। ਫਿਰ ਇਕੱਠੇ ਹੋ ਕੇ ਘਰ ਉਹਨਾਂ ਨੇ ਰਲ ਮਿਲ ਕੇ ਕੀਰਤਨ ਕੀਤਾ। ਤੂੰ ਸਮਰਤ ਸ਼ਰਨ ਕੋ ਦਾਤਾ, ਦੁੱਖ ਭੰਜਨ ਸੁਖ ਰਾਏ। हे ਸੱਚੇ ਪਾਤਸ਼ਾਹ ਤੂੰ ਸਮਰਤ ਹੈ ਤੇ ਮੈਂ ਤੇਰੀ ਸ਼ਰਨ ਚ ਆ ਗਿਆ। हे ਦਾਤਾ ਜੀ
ਤੁਸੀਂ ਦੁੱਖ ਭੰਜਨ ਆ, ਤੁਸੀਂ ਦੁੱਖ ਮਟਾਉਂਦੇ ਆ, ਤੇ ਤੁਸੀਂ ਸੁੱਖ ਦੇਣ ਵਾਲੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ। ਜਾਏ ਕਲੇਸ਼ ਮਿਟੇ ਪੈ ਭਰਮਾ, ਨਿਰਮਲ ਗੁਣ ਪ੍ਰਭ ਗਾਏ। ਗੁਰਬਾਣੀ ਵਿੱਚ ਆਖਿਆ ਫਿਰ ਤੁਸੀਂ ਵਾਹਿਗੁਰੂ ਦੇ ਗੁਣ ਗਾਓ, ਕੀਰਤਨ ਕਰੋ, ਗੁਣ ਗਾਓ। ਤੇ ਇਹ ਗੁਣ ਗਾਉਣ ਦੇ ਨਾਲ ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਰੱਬ ਰੱਬ ਕਰੋਗੇ ਤਾਂ ਕਹਿੰਦੇ ਸਾਡੇ ਅੰਦਰ ਦੇ ਕਲੇਸ਼, ਤਾਂ ਸਾਡੇ ਅੰਦਰ ਦੇ ਡਰ, ਸਾਡੇ ਅੰਦਰ ਦੇ ਭਰਮ ਮਿਟ ਜਾਂਦੇ ਆ। ਸੋ ਆਸਿਆ ਆਪ ਜੀ ਨੂੰ ਪ੍ਰੈਜੈਂਟੇਸ਼ਨ ਚੰਗੀ ਲੱਗੀ ਹੋਵੇਗੀ। ਅਸੀਂ ਚਿੰਤਾ ਨੂੰ ਚਿੰਤਨ ਵਿੱਚ ਬਦਲੀਏ, ਜਿਸ ਨਾਲ ਸਾਡੇ ਵਿੱਚ ਸ਼ਾਂਤੀ ਆ ਜਾਵੇ, ਸਾਡੇ ਸ਼ਾਂਤੀ ਆ ਜਾਵੇ, ਸਾਡੇ ਘਰ ਵਿੱਚ ਸ਼ਾਂਤੀ ਆ ਜਾਵੇ, ਤਾਂ ਗੁਰੂ ਸਾਹਿਬ ਜੀ ਕਿਰਪਾ ਕਰਨ। ਸੋ ਆਸਿਆ ਆਪ ਜੀ ਨੂੰ ਕੁਛ ਗੁਰਬਾਣੀ ਵਿੱਚੋਂ ਸੇਧ ਮਿਲੀ ਆ, ਤਾਂ ਤੁਹਾਨੂੰ ਚੰਗੀ ਲੱਗੀ ਆ। ਗੁਰੂ ਸਾਹਿਬ ਕਿਰਪਾ ਕਰਨ, ਸਾਰੇ ਮਾਰ ਚੜ੍ਹਦੀ ਕਲਾ 'ਚ ਰੱਖਣ, ਇਸ ਮਹਾਮਾਰੀ ਦੇ ਵਿੱਚ ਸਾਰੇ ਮਾਰ ਸੇਫ ਰੱਖਣ, ਗੁਰੂ ਸਾਹਿਬ ਕਿਰਪਾ ਕਰਨ। ਸੋ ਪੁੱਲਾ ਚੁੱਕਾ ਮਾਫ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ